ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਮੋਹਿਤ ਰੂਬਲ। ਪੰਜਾਬ ਮੇਲ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਪੰਜਾਬ ਮੇਲ ਖਬਰਾਂ ਦੇ ਸਪਾਂਸਰ ਨੇ ਰੀਅਲ ਸਟੇਟ ਬ੍ਰੋਕਰ ਮੋਹਨ ਚੀਮਾ, ਰੀਅਲ ਸਟੇਟ ਦੀ ਦੁਨੀਆ ਦਾ ਮੰਨਿਆ ਪਰਮੰਨਿਆ ਨਾਮ। ਤੇ ਹੁਣ ਪੇਸ਼ ਨੇ ਅੱਜ ਦੀਆਂ ਚੋਣਵੀਆਂ ਖਬਰਾਂ। ਖੇਤੀਬਾੜੀ ਮੰਤਰੀ ਤੋਮਰ ਦਾ ਸਿੱਧਾ ਜਵਾਬ, ਕਿਹਾ ਰੱਦ ਨਹੀਂ ਹੋਣਗੇ ਤਿੰਨੋਂ ਖੇਤੀ ਕਾਨੂੰਨ। ਪੰਜਾਬ ਤੇ ਹਰਿਆਣਾ 'ਚ ਮੋਬਾਈਲ ਟਾਵਰਾਂ ਦੀ ਭੰਨਤੋੜ ਦਾ ਮਾਮਲਾ ਹਾਈ ਕੋਰਟ ਪਹੁੰਚਿਆ, ਜੀਓ ਨੇ ਕੀਤੀ ਪਟੀਸ਼ਨ ਦਾਇਰ। ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਵੱਡਾ ਸਮਰਥਨ, ਅਕਾਲੀ ਦਲ ਛੱਡ ਕਈ ਆਗੂਆਂ ਨੇ ਫੜਿਆ ਝਾੜੂ। ਮੁੱਖ ਮੰਤਰੀ ਦੀ ਦੌੜ 'ਚੋਂ ਬਾਹਰ ਹੋਏ ਸੁਖਬੀਰ ਸਿੰਘ ਬਾਦਲ। ਰੋਬਰਟ ਵਾਡਰਾ ਦੇ ਘਰ ਇਨਕਮ ਟੈਕਸ ਵਿਭਾਗ ਟੀਮ ਦਾ ਛਾਪਾ, ਜਾਇਦਾਦ ਮਾਮਲੇ 'ਚ ਹੋਵੇਗੀ ਪੁੱਛਗਿੱਛ। ਕੋਵਿਡ-19 ਵੈਕਸੀਨ ਨੂੰ ਲੈ ਕੇ ਵੱਡੀ ਖਬਰ, 200 ਰੁਪਏ ਦੀ ਹੋਵੇਗੀ ਸੀਰਮ ਕੰਪਨੀ ਦੇ ਟੀਕੇ ਦੀ ਕੀਮਤ। ਤੇ ਹੁਣ ਪੇਸ਼ ਨੇ ਖਬਰਾਂ ਵਿਸਤਾਰ ਨਾਲ। ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚਾਲੇ ਅੱਜ ਯਾਨੀ ਕਿ ਸੋਮਵਾਰ ਨੂੰ ਵਿਗਿਆਨ ਭਵਨ ਵਿੱਚ 7ਵੇਂ ਦੌਰ ਦੀ ਬੈਠਕ ਹੋ ਰਹੀ ਹੈ। ਦੁਪਹਿਰ ਕਰੀਬ 2:30 ਵਜੇ ਬੈਠਕ ਸ਼ੁਰੂ ਹੋਈ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੈਠਕ ਦੇ ਕਰੀਬ 2 ਘੰਟੇ ਬਾਅਦ ਯਾਨੀ ਕਿ ਹੁਣ ਲੰਚ ਬ੍ਰੇਕ ਚੱਲ ਰਹੀ ਹੈ। ਖਬਰਾਂ ਦੇ ਬੁਲੇਟਿਨ ਪੜਨ ਤੱਕ ਲੰਚ ਬ੍ਰੇਕ ਚੱਲ ਰਿਹਾ ਹੈ, ਉਸ ਦੌਰ ਦੀ ਪਹਿਲੀ ਬੈਠਕ ਹੁਣ ਖਤਮ ਹੋ ਚੁੱਕੀ ਹੈ। ਸੂਤਰਾਂ ਮੁਤਾਬਕ ਕਿਸਾਨ ਜਥੇਬੰਦੀਆਂ ਤੇ ਸਰਕਾਰ ਨਾਲ ਜੋ ਵੀ ਗੱਲਬਾਤ ਹੋਈ, ਉਸ ਚੋਂ ਇਹੀ ਸਾਹਮਣੇ ਆਇਆ ਹੈ ਕਿ ਕੇਂਦਰ ਸਰਕਾਰ ਦਾ ਰਵੱਈਆ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲਾ ਨਹੀਂ ਹੈ। ਕੇਂਦਰ ਸਰਕਾਰ ਗੱਲਬਾਤ 'ਚ ਪਿਛਾਂਹ ਨੂੰ ਜਾਂਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ MSP ਦਾ ਮੁੱਦਾ, ਜੋ ਕਿ ਖਰੀਦ ਦੀ ਗਰੰਟੀ ਦਾ ਮੁੱਦਾ ਹੈ, ਉਸ ਵਿੱਚ ਸਰਕਾਰ ਪਿਛਾਂਹ ਨੂੰ ਹਟਦੀ ਨਜ਼ਰ ਆ ਰਹੀ ਹੈ। ਕੁੱਲ ਮਿਲਾ ਕੇ ਸਿੱਟਾ ਨਿਕਲਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ। ਕਿਸਾਨ ਆਗੂਆਂ ਦਾ ਮੰਨਣਾ ਹੈ ਕਿ ਕੇਂਦਰ ਸਰਕਾਰ ਆਪਣੇ ਪਹਿਲੇ ਰਵੱਈਏ ਉੱਤੇ ਹੀ ਬਰਕਰਾਰ ਹੈ। ਸਰਕਾਰ MSP ਉੱਤੇ ਤਾਂ ਗੱਲਬਾਤ ਕਰਨ ਨੂੰ ਤਿਆਰ ਹੈ, ਪਰ ਕਾਨੂੰਨ ਰੱਦ ਕਰਨ ਤੋਂ ਸਾਫ਼ ਇਨਕਾਰ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਕਿਸਾਨਾਂ ਦੀ ਮੰਗ ਹੈ ਕਿ ਤਿੰਨੋਂ ਖੇਤੀ ਕਾਨੂੰਨ ਰੱਦ ਕੀਤੇ ਜਾਣ। ਸਰਕਾਰਾਂ ਦਾ ਅੜੀਅਲ ਰਵੱਈਆ ਸਾਹਮਣੇ ਆ ਰਿਹਾ ਹੈ। ਸਰਕਾਰ ਆਪਣੇ ਫੈਸਲੇ ਉੱਤੇ ਹੀ ਅੜੀ ਹੋਈ ਹੈ। ਪਹਿਲਾ ਦੌਰ ਖਤਮ ਹੋ ਚੁੱਕਾ ਹੈ। ਅੱਗੇ ਕੀ ਹੋਵੇਗਾ, ਇਸ ਬਾਬਤ ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਵਿਚਾਲੇ ਅਗਲੇ ਦੌਰ ਦੀ ਗੱਲਬਾਤ ਮਗਰੋਂ ਹੀ ਸਾਫ਼ ਹੋਵੇਗਾ। ਪੂਰੇ ਦੇਸ਼ ਦੀਆਂ ਨਜ਼ਰਾਂ ਬੈਠਕ ਉੱਤੇ ਟਿਕੀਆਂ ਨੇ ਕਿ ਸਰਕਾਰ ਝੁਕੇਗੀ ਜਾਂ ਕਿਸਾਨ ਅੜੇ ਰਹਿਣਗੇ। ਇਹ ਕਿਸਾਨਾਂ ਅਤੇ ਸਰਕਾਰ ਵਿਚਾਲੇ ਵਿਚਾਰ ਮੰਥਨ ਤੋਂ ਬਾਅਦ ਹੀ ਸਾਫ਼ ਹੋ ਸਕੇਗਾ। ਪੰਜਾਬ ਤੇ ਹਰਿਆਣਾ ਵਿੱਚ ਜੀਓ ਦੇ ਮੋਬਾਈਲ ਟਾਵਰਾਂ ਉੱਤੇ ਭੰਨਤੋੜ ਤੇ ਸੰਚਾਰ ਸੇਵਾਵਾਂ ਨੂੰ ਬਾਧਿਤ ਕਰਨ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਹੁੰਚ ਗਿਆ। ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਪੰਜਾਬ ਵਿੱਚ ਮੋਬਾਈਲ ਟਾਵਰਾਂ ਉੱਤੇ ਭੰਨਤੋੜ ਕਰਨ ਤੇ ਉਹਨਾਂ ਨੂੰ ਸੰਚਾਰ ਸੇਵਾਵਾਂ ਨੂੰ ਬਾਧਿਤ ਕਰਨ ਦੇ ਮਾਮਲੇ ਵਿੱਚ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਕੰਪਨੀ ਨੇ ਜੀਓ ਇਨਫੋਕੋਮ ਰਾਹੀਂ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ 'ਚ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਪ੍ਰਦਰਸ਼ਨਕਾਰੀਆਂ ਵੱਲੋਂ ਭੰਨਤੋੜ ਦੀ ਗੈਰ ਕਾਨੂੰਨੀ ਘਟਨਾਵਾਂ ਉੱਤੇ ਰੋਕ ਲਾਉਣ ਲਈ ਤਤਕਾਲ ਆਦੇਸ਼ ਦੇਣ ਦੀ ਹਾਈ ਕੋਰਟ ਤੋਂ ਅਪੀਲ ਕੀਤੀ ਹੈ। ਕੰਪਨੀ ਨੇ ਭੰਨਤੋੜ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਹੰਗਾਮਾਕਾਰੀਆਂ ਵੱਲੋਂ ਕੀਤੀ ਗਈ ਭੰਨਤੋੜ ਤੇ ਹਿੰਸਕ ਕਾਰਵਾਈ ਤੋਂ ਕੰਪਨੀ ਦੇ ਹਜ਼ਾਰਾਂ ਮੁਲਾਜ਼ਮਾਂ ਦੀ ਜ਼ਿੰਦਗੀ ਖਤਰੇ 'ਚ ਪੈ ਗਈ ਹੈ। ਇਸ ਨਾਲ ਹੀ ਦੋਵੇਂ ਸੂਬਿਆਂ ਵਿੱਚ ਸਹਾਇਕ ਕੰਪਨੀਆਂ ਵੱਲੋਂ ਚਲਾਏ ਜਾ ਰਹੇ ਮਹੱਤਵਪੂਰਨ ਕਮਿਊਨੀਕੇਸ਼ਨ ਇਨਫਰਾਸਟ੍ਰਕਚਰ ਸੈਲਸ ਤੇ ਸੇਵਾ ਆਊਟਲੈਟਸ ਦੇ ਰੋਜ਼ਮਰਾ ਦੇ ਕੰਮਾਂ ਵਿੱਚ ਰੁਕਾਵਟ ਪੈਦਾ ਹੋਈ ਹੈ। ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਸਮਰਥਨ ਮਿਲਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕਈ ਸੀਨੀਅਰ ਆਗੂ ਅਤੇ ਲੋਕ ਇਨਸਾਫ ਪਾਰਟੀ ਦੇ ਆਗੂ ਪਾਰਟੀ ਵਿੱਚ ਸ਼ਾਮਲ ਹੋ ਗਏ। ਸ਼੍ਰੋਮਣੀ ਅਕਾਲੀ ਯੂਥ ਵਿੰਗ ਦੇ ਸਾਬਕਾ ਮਾਲਵਾ ਜ਼ੋਨ ਪ੍ਰਧਾਨ ਤਰਸੇਮ ਭਿੰਡਰ ਸਾਬਕਾ ਕੌਂਸਲਰ ਅਕਾਲੀ ਦਲ ਤੋਂ ਅਸਤੀਫਾ ਦੇ ਕੇ ਆਪ ਵਿੱਚ ਸ਼ਾਮਲ ਹੋ ਚੁੱਕੇ ਨੇ। ਇਸ ਦੇ ਨਾਲ ਹੀ ਉਹਨਾਂ ਦੇ ਪੁਰਾਣੇ ਸਾਥੀ ਸੁਰਿੰਦਰ ਗਰੇਵਾਲ ਸਮੇਤ ਕਈ ਹੋਰ ਆਗੂਆਂ ਨੇ ਵੀ ਝਾੜੂ ਫੜ ਲਿਆ। ਪੰਜਾਬ ਅੰਦਰ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਇੱਕ ਵਾਰ ਫੇਰ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨ ਚੋਣ ਮੈਦਾਨ ਵਿੱਚ ਉਤਰਨ ਜਾ ਰਿਹਾ ਹੈ। ਇਸ ਦੇ ਨਾਲ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਮੁੱਖ ਮੰਤਰੀ ਦੀ ਰੇਸ ਵਿੱਚੋਂ ਬਾਹਰ ਹੋ ਚੁੱਕੇ ਨੇ। ਇਸ ਦਾ ਐਲਾਨ ਖੁਦ ਸੁਖਬੀਰ ਸਿੰਘ ਬਾਦਲ ਨੇ ਕੀਤਾ ਹੈ। ਬੀਤੇ ਦਿਨੀ ਅਬੋਹਰ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਪੰਜਾਬ ਵਿੱਚ ਹੋਣ ਵਾਲੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕੀਤਾ ਜਾਵੇਗਾ। ਨਜਾਇਜ਼ ਜਾਇਦਾਦ ਕੇਸ ਵਿੱਚ ਕਾਂਗਰਸ ਸਕੱਤਰ ਪ੍ਰਿੰਕਾ ਗਾਂਧੀ ਵਾਡਰਾ ਦੇ ਪਤੀ ਰੋਬਰਟ ਵਾਡਰਾ ਤੋਂ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਪੁੱਛਗਿੱਛ ਕਰ ਰਹੇ ਨੇ। ਇਸ ਮਾਮਲੇ ਵਿੱਚ ਇਨਕਮ ਟੈਕਸ ਵਿਭਾਗ ਨੇ ਰੋਬਰਟ ਵਾਡਰਾ ਨੂੰ ਨੋਟਿਸ ਭੇਜਿਆ ਸੀ, ਪਰ ਉਹ ਇਨਕਮ ਟੈਕਸ ਦਫ਼ਤਰ ਨਹੀਂ ਪਹੁੰਚੇ। ਇਸ ਤੋਂ ਬਾਅਦ ਅਫਸਰ ਸਿੱਧਾ ਰੋਬਰਟ ਵਾਡਰਾ ਦੇ ਦਫ਼ਤਰ ਪਹੁੰਚ ਗਏ ਨੇ ਅਤੇ ਉਹਨਾਂ ਦਾ ਬਿਆਨ ਦਰਜ ਕੀਤਾ ਜਾ ਰਿਹਾ ਹੈ। ਇਨਕਮ ਟੈਕਸ ਵਿਭਾਗ ਮੁਤਾਬਕ ਸਾਊਥ ਈਸਟ ਦਿੱਲੀ ਸਥਿਤ ਸੁਖਦੇਵ ਵਿਹਾਰ ਦਫ਼ਤਰ ਉੱਤੇ ਰਾਬਰਟ ਵਾਡਰਾ ਦਾ ਬਿਆਨ ਦਰਜ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਨਕਮ ਟੈਕਸ ਦੀ ਟੀਮ ਰਾਬਰਟ ਵਾਡਰਾ ਤੋਂ ਬੀਕਾਨੇਰ ਅਤੇ ਫਰੀਦਾਬਾਦ ਜ਼ਮੀਨ ਘੁਟਾਲੇ ਦੇ ਸਿਲਸਿਲੇ 'ਚ ਪੁੱਛਗਿੱਛ ਕਰ ਰਹੀ ਹੈ।
ਦੱਸਣਯੋਗ ਹੈ ਕਿ ਰੋਬਰਟ ਵਾਡਰਾ ਦੀ ਫਰਮ ਸਨਲਾਈਟ ਹੌਸਪਿਟੈਲਿਟੀ ਨੇ ਰਾਜਸਥਾਨ ਦੇ ਬੀਕਾਨੇਰ ਅਤੇ ਫਰੀਦਾਬਾਦ ਜ਼ਮੀਨ ਘੁਟਾਲਾ ਕੀਤਾ ਹੈ। ਜਾਂਚ ਏਜੰਸੀਆਂ ਦੇ ਮੁਤਾਬਕ ਵਾਡਰਾ ਦੇ ਸਵਾਮਿਤਵ ਵਾਲੀ ਸਕਾਈਲਾਈਟ ਹੌਸਪਿਟੈਲਿਟੀ ਨੇ 69.55 ਹੈਕਟੇਅਰ ਜ਼ਮੀਨ 72 ਲੱਖ ਰੁਪਏ 'ਚ ਖਰੀਦੀ ਸੀ ਅਤੇ ਫਿਰ ਉਸ ਨੂੰ ਐਲੈਗਨੀ ਫਿਨਲੈਂਸ ਨੂੰ 5.15 ਕਰੋੜ ਰੁਪਏ 'ਚ ਵੇਚ ਦਿੱਤਾ ਸੀ, ਭਾਵ 4.43 ਕਰੋੜ ਰੁਪਏ ਮੁਨਾਫਾ ਕਮਾਇਆ। ਰਾਬਰਟ ਵਾਡਰਾ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਹਨ। ਦੱਸਿਆ ਜਾ ਰਿਹਾ ਹੈ ਕਿ ਰੋਬਰਟ ਵਾਡਰਾ ਕੋਰੋਨਾ ਮਹਾਮਾਰੀ ਕਾਰਨ ਵਿਭਾਗ ਦੀ ਜਾਂਚ ਵਿੱਚ ਸ਼ਾਮਲ ਨਹੀਂ ਹੋ ਸਕੇ ਸੀ। ਇਸ ਤੋਂ ਇਲਾਵਾ ਰੋਬਰਟ ਵਿਰੁੱਧ ਈਡੀ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਵੀ ਕਰ ਰਹੀ ਹੈ। ਸਰਕਾਰ ਨੇ ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਕੋਰੋਨਾ ਟੀਕਾ ਕੋਵਿਸ਼ੀਲਡ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਖਬਰ ਨਾਲ ਨਾ ਸਿਰਫ ਸਿਹਤ ਕਰਮਚਾਰੀਆਂ ਅਤੇ ਪ੍ਰਾਥਮਿਕਤਾ ਆਬਾਦੀਆਂ ਨੂੰ ਸਗੋਂ ਨਿੱਜੀ ਵਿਅਕਤੀਆਂ ਵਿੱਚ ਵੀ ਖੁਸ਼ੀ ਦੀ ਲਹਿਰ ਦੌੜੀ ਹੈ। ਦੂਜੇ ਪਾਸੇ CII ਦੇ ਮੁੱਖ ਕਾਰਜਕਾਰੀ ਅਧਿਕਾਰੀ ਆਦਰ ਪੂਨਾਵਾਲਾ ਨੇ ਐਤਵਾਰ ਨੂੰ ਕਿਹਾ ਕਿ ਸਰਕਾਰ ਦੀਆਂ 50-60 ਮਿਲੀਅਨ ਖੁਰਾਕਾਂ ਦੀ ਪਹਿਲੀ ਕਿਸ਼ਤ ਦੀ ਸਪਲਾਈ ਕਰਨ ਤੋਂ ਬਾਅਦ ਅਸੀਂ ਮਾਰਚ ਤੱਕ ਨਿੱਜੀ ਹਸਪਤਾਲਾਂ, ਕੰਪਨੀਆਂ ਅਤੇ ਨਿੱਜੀ ਲੋਕਾਂ ਨੂੰ ਕੋਵਿਸ਼ੀਲਡ ਪ੍ਰਦਾਨ ਕਰ ਸਕਦੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ 100 ਮਿਲੀਅਨ ਖੁਰਾਕਾਂ ਲਈ ਪ੍ਰਤੀ ਸ਼ਾਟ 200 ਰੁਪਏ ਦੀ ਵਿਸ਼ੇਸ਼ ਕੀਮਤ ਹੋਵੇਗੀ। ਪੂਨਾਵਾਲਾ ਦਾ ਬਿਆਨ ਉਸ ਸਮੇਂ ਆਇਆ ਜਦੋਂ ਡਰੱਗਸ ਕੰਟਰੋਲਰ ਜਨਰਲ ਆਫ ਇੰਡੀਆ ਯਾਨੀ ਕਿ DCGI ਨੇ ਸ਼ਰਤਾਂ ਦੇ ਅਧੀਨ ਕਿਸੇ ਐਮਰਜੈਂਸੀ ਵਿੱਚ ਸੀਮਤ ਵਰਤੋਂ ਲਈ ਸੀਰਮ ਟੀਕੇ ਨੂੰ ਮਨਜ਼ੂਰੀ ਦਿੱਤੀ ਸੀ। ਕੰਪਨੀ ਸ਼ੁਰੂ ਵਿੱਚ ਟੀਕੇ ਦੀ ਵਿਸ਼ੇਸ਼ ਤੌਰ ਤੇ ਸਰਕਾਰ ਨੂੰ ਸਪਲਾਈ ਕਰੇਗੀ ਅਤੇ ਨਿੱਜੀ ਬਾਜ਼ਾਰ ਵਿੱਚ ਨਹੀਂ ਵੇਚੇਗੀ। ਟੀਕਾ ਨਿਰਯਾਤ ਕਰਨ ਦੀ ਆਗਿਆ ਨਹੀਂ ਹੈ। ਟੀਕੇ ਪ੍ਰਤੀ ਵਿਸ਼ਵਾਸ ਵਧਾਉਣ ਦੀ ਕੋਸ਼ਿਸ਼ ਵਿੱਚ ਪੂਨਾਵਾਲਾ ਦਾ ਕਹਿਣਾ ਹੈ ਕਿ ਉਹ ਰਸਮੀ ਇਜਾਜ਼ਤ ਮਿਲਣ ਤੋਂ ਬਾਅਦ ਇਸ ਹਫ਼ਤੇ ਉਹ ਖੁਦ ਸ਼ਾਟ ਲੈਣ ਦੀ ਯੋਜਨਾ ਬਣਾ ਰਹੇ ਨੇ। ਉਹਨਾਂ ਨੇ ਕਿਹਾ ਕਿ ਸਰਕਾਰ ਲਈ ਤਕਰੀਬਨ 100 ਮਿਲੀਅਨ ਖੁਰਾਕਾਂ ਦੀ ਪ੍ਰਤੀ ਸ਼ਾਟ 200 ਰੁਪਏ ਦੀ ਵਿਸ਼ੇਸ਼ ਕੀਮਤ ਹੈ। ਨਿੱਜੀ ਬਾਜ਼ਾਰ ਵਿੱਚ ਇਸ ਦੀ ਕੀਮਤ ਲਗਭਗ 1000 ਰੁਪਏ ਹੋਵੇਗੀ। ਪੂਨਾਵਾਲਾ ਨੇ ਕਿਹਾ ਕਿ ਅਸੀਂ ਆਰਡਰ ਦੇ 7 ਤੋਂ 10 ਦਿਨਾਂ ਵਿੱਚ ਸਪੁਰਦਗੀ ਸ਼ੁਰੂ ਹੋਣ ਦੀ ਉਮੀਦ ਕਰਦੇ ਹਾਂ। ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਉਹਨਾਂ ਨੇ ਇੱਕ ਹਫ਼ਤੇ ਵਿੱਚ 50-60 ਮਿਲੀਅਨ ਖੁਰਾਕਾਂ ਜਾਂ 10-15 ਮਿਲੀਅਨ ਖੁਰਾਕਾਂ ਦੀ ਜ਼ਰੂਰਤ ਹੋਵੇਗੀ। ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਕਣਕ ਅਤੇ ਝੋਨੇ ਦੇ ਸੁਚੱਜੇ ਖਰੀਦ ਪ੍ਰਬੰਧਾਂ ਨੇ ਪੂਰੇ ਦੇਸ਼ ਲਈ ਮਿਸਾਲ ਕਾਇਮ ਕੀਤੀ ਹੈ। ਅੱਜ ਇੱਥੇ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੰਤਰੀ ਆਸ਼ੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿਹਤ ਮਹਿਕਮੇ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੇ ਮੱਦੇਨਜ਼ਰ ਖਰੀਦ ਸੀਜ਼ਨ 2020-21 ਦੌਰਾਨ ਸੂਬੇ ਵਿੱਚ 2136 ਵਾਧੂ ਖਰੀਦ ਕੇਂਦਰ ਸਥਾਪਿਤ ਕੀਤੇ ਗਏ ਸਨ, ਜਿਸ ਸਦਕਾ ਸੂਬੇ ਵਿੱਚ ਕੁੱਲ ਖਰੀਦ ਕੇਂਦਰਾਂ ਦੀ ਗਿਣਤੀ ਵੱਧ ਕੇ 4006 ਹੋ ਗਈ ਸੀ ਤਾਂ ਜੋ ਖਰੀਦ ਦਾ ਕੰਮ ਨਿਰਵਿਘਨ ਢੰਗ ਨਾਲ ਨੇਪਰੇ ਚਾੜਿਆ ਜਾ ਸਕੇ। ਹਾੜੀ ਸੀਜ਼ਨ ਦੌਰਾਨ 127.11 ਲੱਖ ਮੀਟ੍ਰਿਕ ਟਨ ਕਣਕ ਦੀ ਘੱਟੋ-ਘੱਟ ਸਮਰਥਨ ਮੁੱਲ ਉਤੇ ਖਰੀਦ ਕੀਤੀ ਗਈ, ਜਿਸ ਨਾਲ 10 ਲੱਖ ਤੋਂ ਵੱਧ ਕਿਸਾਨਾਂ ਨੂੰ ਲਾਭ ਪਹੁੰਚਿਆ। ਇਸੇ ਤਰ੍ਹਾਂ ਸਾਉਣੀ ਖਰੀਦ ਸੀਜ਼ਨ ਦੌਰਾਨ ਸਾਰੀਆਂ ਖਰੀਦ ਏਜੰਸੀਆਂ ਵੱਲੋਂ 202.78 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ, ਜੋ ਕਿ ਹੁਣ ਤੱਕ ਦੀ ਝੋਨੇ ਦੀ ਸਭ ਤੋਂ ਵੱਡੀ ਖਰੀਦ ਸਾਬਤ ਹੋਈ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਦੀ ਭਲਾਈ ਲਈ ਕਈ ਲਾਮਿਸਾਲ ਕਾਰਜ ਵਿੱਢੇ ਗਏ ਹਨ। ਇਸੇ ਤਹਿਤ ਸੂਬੇ ਵਿੱਚ ਸਮਾਰਟ ਰਾਸ਼ਨ ਕਾਰਡ ਸਕੀਮ ਦੀ ਸ਼ੁਰੂਆਤ ਕੀਤੀ ਗਈ, ਜਿਸ ਰਾਹੀਂ 37 ਲੱਖ ਪਰਿਵਾਰਾਂ ਨੂੰ ਚਿਪ ਆਧਾਰਿਤ ਕਾਰਡ ਦਿੱਤੇ ਗਏ ਨੇ, ਜਿਸ ਦਾ ਲਾਭ 1.41 ਕਰੋੜ ਲੋਕਾਂ ਨੂੰ ਹੋਵੇਗਾ। ਇਸ ਸਕੀਮ ਨਾਲ ਲਾਭਪਾਤਰੀਆਂ ਨੂੰ ਸਰਕਾਰ ਵੱਲੋਂ ਤੈਅ ਅਨਾਜ ਹਾਸਲ ਕਰਨ ਲਈ ਕਿਸੇ ਵੀ ਹੋਰ ਦਸਤਾਵੇਜ਼ ਨੂੰ ਦਿਖਾਉਣ ਦੀ ਲੋੜ ਨਹੀਂ ਪੈਂਦੀ ਅਤੇ ਇਸੇ ਨਾਲ ਪੂਰੀ ਅਨਾਜ ਵੰਡ ਪ੍ਰਣਾਲੀ 'ਚ ਪਾਰਦਰਸ਼ਤਾ ਯਕੀਨੀ ਬਣ ਗਈ ਹੈ। ਐਤਵਾਰ ਨੂੰ US ਮੀਡੀਆ ਨੇ ਇੱਕ ਹੈਰਾਨ ਕਰਨ ਵਾਲੀ ਆਡੀਓ ਟੇਪ ਰਿਲੀਜ਼ ਕੀਤੀ, ਜਿਸ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਾਰਜੀਆ ਦੇ ਸੈਕਟਰੀ ਉੱਪਰ ਦਬਾਅ ਪਾਇਆ ਅਤੇ ਆਪਣੀਆਂ ਵੋਟਾਂ ਲੱਭਣ ਲਈ ਕਿਹਾ ਤਾਂ ਜੋ ਉਹ ਚੋਣ ਨਤੀਜਿਆਂ ਨੂੰ ਪਲਟ ਸਕਣ। ਸਾਥੀ ਰਿਪਬਲਿਕਨ ਬ੍ਰੈਡ ਰਾਫੇਸਬਰਗਰ ਨਾਲ ਗੁਪਤ ਰੂਪ ਵਿੱਚ ਕੀਤੀ ਗਈ ਗੱਲਬਾਤ ਵਿੱਚ ਵਾਸ਼ਿੰਗਟਨ ਪੋਸਟ ਦੁਆਰਾ ਪਹਿਲਾਂ ਰਿਪੋਰਟ ਕੀਤੀ ਗਈ, ਜਿਸ ਵਿੱਚ ਧਮਕੀਆਂ ਵੀ ਸ਼ਾਮਲ ਹਨ ਕਿ ਰਾਫੇਸਬਰਗਰ ਅਤੇ ਇੱਕ ਹੋਰ ਜਾਰਜੀਆ ਅਧਿਕਾਰੀ ਜੋ ਇੱਕ ਵੱਡਾ ਜੋਖਮ ਦਾ ਸਾਹਮਣਾ ਕਰ ਸਕਦੇ ਨੇ ਜੇ ਉਹ ਇਸ ਦੀ ਬੇਨਤੀ ਦਾ ਪਾਲਣ ਕਰਨ ਵਿੱਚ ਅਸਫਲ ਰਹਿੰਦੇ ਨੇ। ਰਾਫੇਸਬਰਗਰ ਨੂੰ ਜਵਾਬ ਦਿੰਦੇ ਸੁਣਿਆ ਜਾਂਦਾ ਹੈ ਕਿ ਅੱਛਾ ਸ਼੍ਰੀਮਾਨ ਰਾਸ਼ਟਰਪਤੀ, ਤੁਹਾਡੇ ਲਈ ਜੋ ਚੁਣੌਤੀ ਹੈ ਉਹ ਹੈ ਤੁਹਾਡੇ ਕੋਲ ਡਾਟਾ ਗਲਤ ਹੈ। ਬਿਡੇਨ ਨੇ ਲੰਬੇ ਰਿਪਬਲਿਕਨ ਝੁਕੇ ਰਾਜ ਨੂੰ 12,000 ਤੋਂ ਵੀ ਘੱਟ ਵੋਟਾਂ ਨਾਲ ਜਿੱਤਿਆ। ਅਕਾਊਂਟਸ ਅਤੇ ਆਡਿਟ ਦੇ ਬਾਅਦ ਕੋਈ ਫਰਕ ਨਹੀਂ ਬਦਲਿਆ। ਟਰੰਪ ਦੇ ਕਿਸੇ ਵੀ ਦੋਸ਼ ਦਾ ਸਮਰਥਨ ਨਹੀਂ ਕੀਤਾ ਗਿਆ ਹੈ। ਇੱਥੋਂ ਤੱਕ ਕਿ ਇੱਕ ਕਲਪਨਾਤਮਕ ਤਬਦੀਲੀ ਨੇ ਬਾਈਡਨ ਨੂੰ ਵੀ ਜਿੱਤ ਤੋਂ ਵਾਂਝਾ ਨਹੀਂ ਰੱਖਿਆ। ਇਹ ਰਿਕਾਰਡਿੰਗ ਇੱਕ ਅਸਾਧਾਰਨ ਮੋੜ ਉੱਤੇ ਆਈ। ਜਾਰਜੀਆ ਵਿੱਚ ਵਿਸ਼ੇਸ਼ ਰੂਜੀ ਚੋਣਾਂ ਤੇ 2 ਦਿਨ ਪਹਿਲਾਂ ਜੋ US ਦੀ ਸੈਨੇਟ ਦੇ ਨਿਯੰਤਰਣ ਦਾ ਫੈਸਲਾ ਕਰੇਗੀ ਅਤੇ 3 ਨਵੰਬਰ ਨੂੰ ਪਹਿਲਾਂ ਕਾਂਗਰਸ 3 ਨਵੰਬਰ ਦੀਆਂ ਚੋਣਾਂ ਦੇ ਨਤੀਜਿਆਂ ਨੂੰ ਪ੍ਰਮਾਣਿਤ ਕਰੇਗੀ। ਉਹ ਪ੍ਰਮਾਣੀਕਰਨ ਆਮ ਤੌਰ ਉੱਤੇ ਰੂਟੀਨ ਹੁਣ ਟਰੰਪ ਦੇ ਇਸ਼ਾਰੇ ਉੱਤੇ ਕਈ ਸੰਸਦ ਮੈਂਬਰਾਂ ਦੁਆਰਾ ਚੁਣੌਤੀ ਦਿੱਤੀ ਜਾ ਰਹੀ ਹੈ।
ਭਾਰਤ ਸਰਕਾਰ ਵੱਲੋਂ ਕਿਸਾਨਾਂ ਦੇ ਖਿਲਾਫ ਬਣਾਏ ਗਏ 3 ਬਿੱਲਾਂ ਵਿਰੁੱਧ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਵਿੱਚ ਦਿਨੋ ਦਿਨ ਗੁੱਸਾ ਵੱਧ ਰਿਹਾ ਹੈ। ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਵਿਖੇ ਵੱਖ-ਵੱਖ ਆਗੂਆਂ ਨੇ ਪੰਜਾਬ ਮੇਲ USA ਨਾਲ ਖਾਸ ਗੱਲਬਾਤ ਕਰਕੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਠੰਡ ਦੇ ਮੌਸਮ ਵਿੱਚ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਅਤੇ ਮਜ਼ਦੂਰ ਇਹਨਾਂ ਬਿੱਲਾਂ ਨੂੰ ਵਾਪਸ ਕਰਵਾਉਣ ਲਈ ਬਜ਼ਿੱਦ ਧਰਨੇ ਉੱਤੇ ਬੈਠੇ ਹੋਏ ਨੇ। ਬਹੁਤ ਸਾਰੇ ਲੋਕ ਇਸ ਅੰਦੋਲਨ ਦੌਰਾਨ ਸ਼ਹੀਦੀਆਂ ਪਾ ਚੁੱਕੇ ਨੇ ਅਤੇ ਅੱਤ ਦੀ ਠੰਡ ਅਤੇ ਵਰਦੇ ਮੀਂਹ ਦੀ ਪਰਵਾਹ ਨਾ ਕਰਦੇ ਹੋਏ ਕਿਸਾਨ ਇਹਨਾਂ ਬਿੱਲਾਂ ਖਿਲਾਫ ਜੱਦੋ-ਜਹਿਦ ਕਰ ਰਹੇ ਨੇ। ਸੈਕਰਾਮੈਂਟੋ ਦੇ ਆਗੂਆਂ ਨੇ ਕਿਹਾ ਕਿ ਭਾਰਤ ਸਰਕਾਰ ਸੱਤਾ ਦਾ ਹੰਕਾਰ ਛੱਡ ਕੇ ਕਿਸਾਨ ਅੰਦੋਲਨ ਖਤਮ ਕਰਾਉਣ ਲਈ ਤਿੰਨੋਂ ਕਾਲੇ ਕਾਨੂੰਨਾਂ ਨੂੰ ਬਿਨਾਂ ਸ਼ਰਤ ਤੇ ਵਾਪਸ ਲੈ ਲਵੇ। ਮੈਂ ਗੁਰਪਾਲ ਸਿੰਘ ਔਜਲਾ ਸੈਕਰਾਮੈਂਟੋ ਤੋਂ ਬੋਲ ਰਿਹਾ ਹਾਂ। ਮੈਂ ਭਾਰਤੀ ਹਕੂਮਤ ਨੂੰ ਅਪੀਲ ਕਰਦਾ ਹਾਂ ਕਿ ਜਿਹੜੇ ਤਿੰਨੋਂ ਕਾਨੂੰਨ ਬਣਾਏ ਗਏ ਆ ਖੇਤੀਬਾੜੀ ਸੰਬੰਧੀ ਉਹ ਤਿੰਨੇ ਕਾਨੂੰਨ ਵਾਪਸ ਲਏ ਜਾਣ ਅਤੇ MSP ਕਾਨੂੰਨ ਕਰਕੇ ਉਸ ਨੂੰ ਜਿਹੜਾ ਘੱਟ ਕੀਮਤ ਤੇ ਖਰੀਦੇ ਉਹਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ, ਉਸ ਦਾ ਕਾਨੂੰਨ ਜ਼ਰੂਰ ਬਣਨਾ ਚਾਹੀਦਾ ਹੈ। ਮੇਰਾ ਨਾਮ ਗੁਰਿੰਦਰਪਾਲ ਸਿੰਘ ਗਿੱਲ ਸੈਕਰਾਮੈਂਟੋ ਤੋਂ ਕੈਲੀਫੋਰਨੀਆ USA ਤੇ ਅਸੀਂ ਜਿਹੜੇ ਦਿੱਲੀ ਵਿੱਚ ਧਰਨੇ ਚੱਲ ਰਹੇ ਆ ਉਹਨਾਂ ਦੀ ਫੁੱਲ ਸਪੋਰਟ ਕਰਦੇ ਆ। ਅਸੀਂ ਹਕੂਮਤ ਨੂੰ ਇਹ ਬੇਨਤੀ ਵੀ ਕਰਦੇ ਆ ਕਿ ਤੁਸੀਂ ਇਹ ਜਿਹੜੇ ਕਾਲੇ ਕਾਨੂੰਨ ਬਣਾਏ ਆ ਉਹ ਵਾਪਸ ਲਓ ਤਾਂ ਕਿ ਸਾਰੇ ਕਿਸਾਨ ਸੁੱਖ ਸਹੂਲਤੀ ਆਪਣੇ ਘਰਾਂ ਨੂੰ ਜਾਣ। ਮੈਂ ਭਾਈ ਬਲਜੀਤ ਸਿੰਘ ਤੇ ਮੇਰੇ ਨਾਲ ਨੇ ਦਵਿੰਦਰ ਸਿੰਘ। ਅਸੀਂ ਸੈਕਰਾਮੈਂਟੋ ਸ਼ਹਿਰ ਤੋਂ ਬੋਲ ਰਹੇ ਹਾਂ ਜੋ ਪੰਜਾਬ ਦੇ ਅੰਦਰ, ਹਿੰਦੁਸਤਾਨ ਦੇ ਅੰਦਰ, ਦਿੱਲੀ ਦੀ ਧਰਤੀ ਤੇ ਕਿਸਾਨੀ ਸੰਘਰਸ਼ ਚੱਲ ਰਿਹਾ ਹੈ। ਉਹਦੀ ਪੂਰੀ ਸਪੋਰਟ ਜੋ ਹੈ ਇੱਥੋਂ ਦੀਆਂ ਸੰਗਤਾਂ ਵੀ ਕਰ ਰਹੀਆਂ ਨੇ। ਜੋ ਕਾਲੇ ਕਾਨੂੰਨ ਜੋ ਬਿੱਲ ਲਾਗੂ ਕੀਤੇ ਗਏ ਨੇ ਉਹਨਾਂ ਨੂੰ ਰੱਦ ਕਰਨ ਵਾਸਤੇ ਸੰਘਰਸ਼ ਬੜੇ ਜ਼ੋਰਾਂ ਨਾਲ ਚੱਲ ਰਿਹਾ ਹੈ। ਇੰਨੀ ਠੰਡ ਦੇ ਵਿੱਚ ਵੀ ਉਹ ਸਾਡੇ ਭਾਈ ਭੈਣਾਂ ਭਰਾ ਜਿਹੜੇ ਨੇ ਉੱਥੇ ਬੈਠੇ ਹੋਏ ਨੇ। ਬੜੀ ਦੇਰ ਤੋਂ, ਮਹੀਨੇ ਦੇ ਕਰੀਬ ਹੋ ਗਿਆ ਹੈ। ਸੋ ਇੱਥੋਂ ਦੀਆਂ ਸੰਗਤਾਂ ਵੀ ਉਹਨਾਂ ਦੇ ਨਾਲ ਸ਼ਮੂਲੀਅਤ ਕਰਦੀਆਂ ਨੇ ਕਿ ਇਹ ਜਿਹੜੇ ਬਿੱਲ ਨੇ ਰੱਦ ਹੋਣੇ ਚਾਹੀਦੇ ਨੇ। ਸੈਕਰਾਮੈਂਟੋ ਦੀ ਧਰਤੀ ਤੇ ਬਹੁਤ ਵੱਡਾ ਰੋਸ ਮਾਰਚ ਜੋ ਪਿਛਲੇ ਦਿਨੀ ਨਿਕਲਿਆ ਸੀ, ਸੋ ਉਹਦੇ ਵਿੱਚ ਵੀ ਅਨੇਕਾਂ ਸੰਗਤਾਂ ਨੇ ਸ਼ਮੂਲੀਅਤ ਕੀਤੀ। ਸੋ ਅਸੀਂ ਇਹਨਾਂ ਬਿੱਲਾਂ ਨੂੰ ਰੱਦ ਕਰਨ ਵਾਸਤੇ ਪੁਰਜੋਰ ਮੰਗ ਕਰਦੇ ਹਾਂ। ਇੱਥੋਂ ਦੀਆਂ ਸਮੂਹ ਸੰਗਤਾਂ ਦੀ ਵੀ ਇਹ ਮੰਗ ਹੈ, ਇਲਾਕੇ ਦੀਆਂ ਸੰਗਤਾਂ ਦੀ ਵੀ ਇਹ ਮੰਗ ਹੈ ਕਿ ਇਹ ਬਿੱਲ ਜਿਹੜੇ ਨੇ ਰੱਦ ਹੋਣੇ ਚਾਹੀਦੇ ਨੇ। ਇਸ ਵਾਸਤੇ ਅਸੀਂ ਉਹਨਾਂ ਦੀ ਸਪੋਰਟ ਕਰਨ ਵਾਸਤੇ ਇਹ ਜੋ 4 ਬਚਨ ਆਖੇ ਨੇ। ਹਾਂਜੀ, ਮੇਰਾ ਨਾਮ ਚਰਨਜੀਤ ਸਿੰਘ ਹੈ ਜੀ ਤੇ ਮੈਂ ਕੈਲੀਫੋਰਨੀਆ ਦੇ ਸੈਕਰਾਮੈਂਟੋ ਸ਼ਹਿਰ ਦਾ ਰਹਿਣ ਵਾਲਾ ਜੀ ਤੇ ਪੰਜਾਬ ਨੂੰ ਬਿਲੋਂਗ ਕਰਦਾ ਜੀ। ਤੇ ਜਿਹੜੇ ਭਾਰਤ ਦੇ ਅੰਦਰ ਕੁੱਲ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਵੀਰ ਭੈਣਾਂ ਸਾਡੇ ਸੰਘਰਸ਼ ਕਰ ਰਹੇ ਆ ਮੋਦੀ ਦੇ ਕਾਲੇ ਕਾਨੂੰਨਾਂ ਦੇ ਖਿਲਾਫ, ਅਸੀਂ ਉਹਨਾਂ ਵੀਰਾਂ ਭੈਣਾਂ ਦਾ ਚਾਹੇ ਉਹ ਕਿਸੇ ਵੀ ਸਟੇਟ ਨਾਲ ਸੰਬੰਧ ਰੱਖਦੇ ਹਨ, ਜਿਹੜੇ ਕਿਸਾਨੀ ਨਾਲ ਸੰਬੰਧ ਰੱਖਦੇ, ਸਾਰਿਆਂ ਦਾ ਪੁਰਜੋਰ ਸਮਰਥਨ ਕਰਦੇ ਆ ਜੀ। ਤੇ ਤਨੋਂ ਮਨੋਂ ਤੁਹਾਨੂੰ ਅਸੀਂ ਆਪਣੇ ਵੀਰਾਂ ਭੈਣਾਂ ਦੇ ਨਾਲ ਆ ਤੇ ਕੈਲੀਫੋਰਨੀਆ, ਅਮਰੀਕਾ ਤੇ ਹੋਰ ਕੰਟਰੀਆਂ ਦੇ ਜਿੰਨੇ ਵੀ ਵੀਰ ਕਿਸਾਨ ਸਾਡੇ ਬਾਹਰ ਹੈਗੇ ਸਾਰਿਆਂ ਦੀ ਪੂਰੀ ਹਮਾਇਤ ਹੈ ਜੀ। ਅਸੀਂ ਡਟ ਕੇ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੇ ਆ ਤੇ ਆਪਣੇ ਭੈਣਾਂ ਭਰਾਵਾਂ ਦੇ ਨਾਲ ਹਿੱਕ ਡਾ ਕੇ ਖੜੇ ਆ ਜੀ। ਰਣਦੀਪ ਸਿੰਘ ਨੱਜਰ ਸੈਕਰਾਮੈਂਟੋ ਕੈਲੀਫੋਰਨੀਆ ਤੋਂ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਵੱਲੋਂ ਕਿਸਾਨ ਅੰਦੋਲਨ ਦੀ ਪੂਰਨ ਤੌਰ ਤੇ ਹਮਾਇਤ ਕਰਦਾ ਤੇ ਇੱਕ ਕਿਸਾਨ ਹੋਣ ਨਾਤੇ, ਕਿਸਾਨ ਦੇ ਪੁੱਤ ਹੋਣ ਦੇ ਨਾਤੇ ਮੈਂ ਸਮਝਦਾ ਕਿ ਜੋ ਇਹ ਕਾਲੇ ਕਾਨੂੰਨ ਆ ਇਹ ਛੇਤੀ ਤੋਂ ਛੇਤੀ ਰੱਦ ਕੀਤੇ ਜਾਣੇ ਚਾਹੀਦੇ ਆ। ਪੰਜਾਬੀਆਂ ਦਾ ਇਤਿਹਾਸ ਆ, ਪੰਜਾਬੀਆਂ ਦਾ ਜੋ ਸੁਭਾਅ ਆ ਕਿ ਉਹ ਕਿਸੇ ਦਾ ਜ਼ਬਰ ਝੱਲਦੇ ਨਹੀਂ ਹੈ ਤੇ ਜਿਹੜਾ ਇਹ ਜਬਰੀ ਉਹਨਾਂ ਦੇ ਉੱਤੇ ਜੋ ਲਾਗੂ ਕੀਤਾ ਜਾ ਰਿਹਾ, ਜੋ ਉਹਨਾਂ ਦੀ ਮੰਗ ਵੀ ਨਹੀਂ ਹੈ ਤੇ ਛੇਤੀ ਤੋਂ ਛੇਤੀ ਵਾਪਸ ਰੱਦ ਕਰਕੇ ਪੰਜਾਬੀਆਂ ਦੇ ਨਾਲ ਜਿਹੜਾ ਕਹਿ ਲਓ ਕਿ ਉਹਨਾਂ ਦੇ ਹੱਕ ਵਾਪਸ ਕੀਤੇ ਜਾਣ ਤੇ ਅਸੀਂ ਅਤੀ ਧੰਨਵਾਦੀ ਹੋਵਾਂਗੇ ਜਿਹੜੇ ਕਿਸਾਨਾਂ ਦਾ ਅੰਦੋਲਨ ਦਾ ਸਮਰਥਨ ਕਰ ਰਹੇ, ਉਹਨਾਂ ਦੇ ਸੰਘਰਸ਼ ਦੇ ਵਿੱਚ ਸਪੋਰਟ ਕਰ ਰਹੇ ਆ। ਉਹਨਾਂ ਸਾਰੇ ਭਰਾਵਾਂ ਦਾ, ਸਾਰੇ ਜਥੇਬੰਦੀਆਂ ਦਾ ਤਹਿ ਦਿਲੋਂ ਧੰਨਵਾਦ। ਫਾਂਸੀ ਦੀ ਸਜ਼ਾ ਯਾਫਤਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਸਤਿਕਾਰਯੋਗ ਮਾਤਾ ਬੀਬੀ ਉਪਕਾਰ ਕੌਰ ਜੀ ਪਿਛਲੇ ਦਿਨੀ ਪਰਲੋਕ ਸਿਧਾਰ ਗਏ ਸਨ। ਉਹਨਾਂ ਦਾ ਸੰਸਕਾਰ ਯੂਬਾ ਸਿਟੀ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਕੈਲੀਫੋਰਨੀਆ ਦੇ ਵੱਖ-ਵੱਖ ਸਿੱਖ ਆਗੂਆਂ ਨੇ ਬੀਬੀ ਉਪਕਾਰ ਕੌਰ ਜੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਹਨਾਂ ਆਗੂਆਂ ਨੇ ਬੀਬੀ ਉਪਕਾਰ ਕੌਰ ਜੀ ਦੇ ਜੀਵਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕਿਹਾ ਕਿ ਇਸ ਪਰਿਵਾਰ ਦੀ ਸਿੱਖ ਕੌਮ ਨੂੰ ਬੜੀ ਵੱਡੀ ਦੇਣ ਹੈ। ਜਿੱਥੇ ਪ੍ਰੋਫੈਸਰ ਦਵਿੰਦਰ ਸਿੰਘ ਪਾਲ ਭੁੱਲਰ ਪਿਛਲੇ ਲੰਮੇ ਸਮੇਂ ਤੋਂ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਨੇ, ਉੱਥੇ ਉਹਨਾਂ ਦੇ ਪਿਤਾ ਬਲਵੰਤ ਸਿੰਘ ਭੁੱਲਰ ਅਤੇ ਮਾਸਟਰ ਨੂੰ ਵੀ ਪੁਲਿਸ ਨੇ ਸ਼ਹੀਦ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਦਵਿੰਦਰਪਾਲ ਸਿੰਘ ਭੁੱਲਰ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਖੇ ਬਤੌਰ ਪ੍ਰੋਫੈਸਰ ਨੌਕਰੀ ਕਰਦੇ ਸਨ। ਬੀਬੀ ਉਪਕਾਰ ਕੌਰ ਜੀ ਨੇ ਆਪਣੇ ਜੀਵਨ ਵਿੱਚ ਬਹੁਤ ਕਸ਼ਟ ਝੱਲੇ। ਹੁਣ ਵੀ ਉਹ ਲੰਮੇ ਸਮੇਂ ਤੋਂ ਬਿਮਾਰ ਸਨ ਤੇ ਆਖਰ ਪਿਛਲੇ ਦਿਨੀ ਉਹ ਪਰਲੋਕ ਸਿਧਾਰ ਗਏ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਅੱਜ ਕੱਲ੍ਹ ਪੈਰੋਲ ਤੇ ਹਨ। ਉਹਨਾਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਆਪਣੀ ਮਾਤਾ ਜੀ ਦੇ ਅੰਤਿਮ ਸੰਸਕਾਰ ਨੂੰ ਦੇਖਿਆ ਅਤੇ ਆਈ ਸੰਗਤ ਨੂੰ ਫਤਿਹ ਬੁਲਾਈ। Growing up, when my brothers and I were young, my grandma did a lot for us. She would walk us every day, every morning to the bus stop to make sure
we got on the bus in time for school, she would always make sure we had a bite to eat. And when we ride back after school at the bus stop, I would always see Grandma's face that she was there with a smile on her face, knowing her grandkids were back. My grandma did a lot for us. I remember the time she would tell us funny stories at night, past bedtime on school nights. ਅੱਜ ਆਪਾਂ ਦੂਰੋਂ ਨੇੜਿਓਂ ਸਾਡੇ ਬੜੇ ਹੀ ਸਤਿਕਾਰਯੋਗ ਮਾਤਾ ਅਵਤਾਰ ਕੌਰ ਜੀ ਭੁੱਲਰ ਉਹਨਾਂ ਦੇ ਅੰਤਮ ਦਰਸ਼ਨ ਕਰਨ ਲਈ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਆਪਾਂ ਪਹੁੰਚੇ ਹਾਂ। ਅੱਜ ਆਪਾਂ ਸਤਿਕਾਰਯੋਗ ਮਾਤਾ ਅਵਤਾਰ ਕੌਰ ਜੀ ਮਾਤਾ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ ਅਤੇ ਸਰਦਾਰ ਤਜਿੰਦਰ ਸਿੰਘ ਉਹਨਾਂ ਦੀ ਮਾਤਾ ਜੀ, ਜਿਨ੍ਹਾਂ ਦੇ ਅੱਜ ਆਪਾਂ ਅੰਤਮ ਦਰਸ਼ਨ, ਅੰਤਮ ਅਰਦਾਸ ਅਤੇ ਅੰਤਮ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਲਈ ਪੁੱਜੇ ਹਾਂ। ਮੇਰਾ ਇਸ ਪਰਿਵਾਰ ਦੇ ਨਾਲ ਬਹੁਤ ਲੰਬੇ ਸਮੇਂ ਤੋਂ ਸੰਬੰਧ ਆ। ਇਸ ਪਰਿਵਾਰ ਦੇ ਹਰ ਦੁੱਖ ਸੁੱਖ ਦੇ ਵਿੱਚ ਅਸੀਂ ਇੱਕ ਦੂਸਰੇ ਦੇ ਨਾਲ ਮਿਲਦੇ ਜੁਲਦੇ ਹਾਂ। ਸਤਿਕਾਰਯੋਗ ਸਰਦਾਰ ਗੁਰਨਾਮ ਸਿੰਘ ਜੀ ਪੰਮਾ, ਹਰਵੰਸ ਸਿੰਘ ਜੀ ਪੰਮਾ, ਇਸ ਪਰਿਵਾਰ ਦੇ ਨਾਲ ਕਿ ਅਸੀਂ ਲੰਬੇ ਸਮੇਂ ਤੋਂ ਮਿਲਦੇ ਜੁਲਦੇ ਹਾਂ। ਪਿਛਲੇ ਦਿਨਾਂ ਤੋਂ ਸਰਦਾਰ ਤਜਿੰਦਰ ਸਿੰਘ ਜੀ ਭੁੱਲਰ ਦੇ ਨਾਲ ਜਦੋਂ ਦੇ ਮਾਤਾ ਜੀ ਢਿੱਲੇ ਹੋਏ ਤਾਂ ਕਾਫੀ ਸੰਪਰਕ ਰਿਹਾ ਤੇ ਹਰ ਗੱਲਬਾਤ ਦੇ ਵਿੱਚ ਜੋ ਵੀ ਅਸੀਂ ਇੱਕ ਦੂਸਰੇ ਨਾਲ ਸੰਪਰਕ ਕਰ ਸਕਦੇ ਸੀ ਕੀਤਾ। ਪਰ ਅਖੀਰ ਦੇ ਵਿੱਚ ਮੈਂ ਇਹੀ ਕਹਿੰਦਾ ਹਾਂ, ਇਹ ਮਾਤਾ ਜੀ ਸਾਡੇ ਪੰਥ ਦੀ ਮਾਂ ਸੀ। ਇਹ ਵੀਰ ਤੇਜਿੰਦਰ ਸਿੰਘ ਹੋਰਾਂ, ਵੀਰ ਦਵਿੰਦਰ ਸਿੰਘ ਹੋਰਾਂ ਦੀ ਮਾਤਾ ਨੇ, ਇਹ ਸਾਡੀ ਸਾਰਿਆਂ ਦੀ ਕੌਮ ਨਾਲ ਹਮਦਰਦੀ ਰੱਖਣ ਵਾਲੇ ਤੇ ਲੋਕ ਜਿਹੜੇ ਸੰਘਰਸ਼ ਜਿਨ੍ਹਾਂ ਨੇ ਕੀਤਾ ਉਹਨਾਂ ਸਾਰਿਆਂ ਦੀ ਮਾਤਾ ਹੈ। ਤੇ ਮਾਤਾ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਲੰਬੀ ਲੜਾਈ ਜਸਟਿਸ ਲੈਣ ਦੇ ਲਈ ਲੜੀ। ਕਦੀ ਤਿਹਾੜ ਜੇਲ੍ਹ, ਕਦੀ ਪੜਿਆਲ ਜੇਲ੍ਹ, ਕਦੀ ਅੰਮ੍ਰਿਤਸਰ ਦੀ ਸੈਂਟਰਲ ਜੇਲ੍ਹ, ਕਦੀ ਇੱਥੋਂ ਇੰਡੀਆ ਤੋਂ ਵਾਪਸ ਇੱਥੇ। ਤੇ ਉਸ ਸਾਰੇ ਦੇ ਵਿੱਚ ਇੱਕ ਹਿਸਟਰੀ ਇਹਨਾਂ ਨੇ ਆਪਣੇ ਆਪ ਲਿਖੀ, ਜਿਹੜੀ ਆਉਣ ਵਾਲੀਆਂ ਨਸਲਾਂ ਦੇ ਲਈ ਜਿਹੜਾ ਉਹ ਇੱਕ ਉਦਾਹਰਨ ਬਣ ਗਈ ਹੈ। ਮਾਤਾ ਜੀ ਹੋਰਾਂ ਨੂੰ ਸੱਚੀ ਸ਼ਰਧਾਂਜਲੀ ਹੈ। ਸਤਿਗੁਰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਪ੍ਰੋਫੈਸਰ ਦਵਿੰਦਰਪਾਲ ਸਿੰਘ ਹੋਰੀ ਲਾਈਵ ਨੇ, ਉਹਨਾਂ ਵੱਲੋਂ ਮਾਤਾ ਜੀ ਨੂੰ ਦਸ਼ਾਲਾ ਦੀ ਗੁਰਨਾਮ ਸਿੰਘ ਜੀ ਹੋਰੀ, ਵੀਰ ਤੇਜਿੰਦਰਜੀਤ ਸਿੰਘ ਹੋਰੀ ਭੇਟ ਕਰਨਗੇ। ਤੇ ਨਾਲ ਹੀ ਸਟਾਕਟਨ ਗੁਰਦੁਆਰਾ ਸਾਹਿਬ ਵੱਲੋਂ ਜੋ ਸੋਪਾ ਹੈ ਉਹ ਵੀਰ ਕੁਲਵਿੰਦਰ ਸਿੰਘ, ਜਗਜੀਤ ਸਿੰਘ ਹੋਰੀ, ਰਵਿੰਦਰ ਸਿੰਘ ਹੋਰੀ, ਜਿੱਥੇ ਅੱਜ ਮਾਤਾ ਜੀ ਦੇ ਚਰਨ ਦਾ ਦੁੱਖ ਹੈ ਉੱਥੇ ਨਾਲ ਹੀ ਉਹਨਾਂ ਦੀ ਲਾਈਫ ਨੂੰ ਅਮਰੀਕਾ ਆਪਣਾ ਗੁਰਕਿਰਤ ਸਿੰਘ ਜੀ ਤੋਂ ਅਮਰੀਕਾ ਦੀ ਬੜੀ ਸਿੱਖਾਂ ਨੌਜਵਾਨਾਂ ਦੀ ਮਜ਼ਬੂਤ ਜਥੇਬੰਦੀ ਰਹੀ ਹੈ। ਉਹਨਾਂ ਨੂੰ ਮੈਂ ਆਪਣੇ ਮਨਜੀਤ ਸਿੰਘ ਜੰਟੀ, ਹੋਰ ਆਪਣੇ ਜਿੰਨੇ ਵੀ ਯੂਥ ਦੇ ਮੈਂਬਰ ਆ ਉਹਨਾਂ ਨੂੰ ਬੇਨਤੀ ਕਰਦਾ ਉਹ ਆਉਣ। ਤੇ ਭਾਈ ਜਸਵੰਤ ਸਿੰਘ ਜੀ ਹੋਠੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਨੂੰ ਮੈਂ ਬੇਨਤੀ ਕਰਦਾ ਸਾਰੇ ਆਉਣ। ਪਹਿਲਾਂ ਆਪਾਂ ਮਾਤਾ ਜੀ ਨੂੰ ਅੰਤਮ ਵਧਾਈ ਦੀ। ਕੌਰ ਜੀ ਇਸ ਦੁਨੀਆ ਤੋਂ ਚੜ੍ਹਾਈ ਕਰ ਗਏ। ਅੱਜ ਉਹਨਾਂ ਦੇ ਅੰਤਮ ਸੰਸਕਾਰ ਤੋਂ ਉਪਰੰਤ ਆਪ ਸੰਗਤਾਂ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਹੋ। ਜੋ ਸਾਡੇ ਵੀਰ ਸੱਜਣ ਮਿੱਤਰ ਬੇੜੀਏ ਤੋਂ ਸਟਾਰਟ ਦਵਾਏ ਹਨ, ਸਾਰਿਆਂ ਨੂੰ ਜੀ ਆਖਦੇ ਹਾਂ ਜੋ ਦੁੱਖ ਦੀ ਘੜੀ ਦੇ ਵਿੱਚ ਭੁੱਲਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਹੈ, ਸਭ ਨੂੰ ਜੀ ਆਖਦੇ ਹਾਂ। ਸੋ ਹੁਣ ਮੈਂ ਗਿਆਨੀ ਜੋਗਿੰਦਰ ਸਿੰਘ ਜੀ ਨੂੰ ਬੇਨਤੀ ਕਰਾਂ, ਸ਼ਬਦੀ ਹਾਜ਼ਰ ਹੋਣਗੇ, ਤੁਰੰਤ ਅਰਦਾਸ ਹੋਵੇਗੀ। ਸੱਜਣ ਮੇਰੇ ਰੰਗਲੇ ਜਾਏ ਸੁੱਤੇ ਦੀ ਰਾਨ ਸ਼ਬਦ ਦੇ ਨਾਲ ਸੰਗਤਾਂ ਨੂੰ ਸੰਬੋਧਨ ਕਰਨ। ਕਿਆ ਜਾਣਾ ਕਿ ਉਮਰ ਕੈਸਾ ਮਰਨਾ ਹੋਈ, ਜੇ ਕਰ ਸਾਹਿਬ ਮਨੋ ਨਾ ਵਿਸਰੇ, ਤਾਂ ਸਦਾ ਮਰਨਾ ਹੋਈ। ਮਰਨੇ ਤੇ ਜਗਤ ਡਰੇ, ਜੀਵਿਆ ਲੋੜੇ ਸਭ ਕੋ। ਗੁਰ ਪ੍ਰਸਾਦੀ ਜੀਵਤ ਮਰੈ ਹੁਮੈ ਪੁੱਛੈ, ਨਾਨਕ ਐਸੀ ਮਨੀ ਮਰੇ।
ਅਮਰੀਕਾ 'ਚ ਡੈਮੋਕ੍ਰੈਟਿਕ ਪਾਰਟੀ ਦੀ ਸੰਸਦ ਮੈਂਬਰ ਨੈਂਸੀ ਪੈਲੋਸੀ ਨੇ ਮੁੜ ਪ੍ਰਤੀਨਿਧੀ ਸਭਾ ਦਾ ਸਪੀਕਰ ਚੁਣ ਲਿਆ ਗਿਆ। ਨੈਂਸੀ ਪੈਲੋਸੀ ਨੂੰ 216 ਅਤੇ ਉਹਨਾਂ ਦੇ ਮੁਕਾਬਲੇ ਵਿੱਚ ਖੜੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਕੈਵਿਨ ਮੈਕਾਰਥੀ ਨੂੰ 209 ਵੋਟਾਂ ਮਿਲੀਆਂ ਨੇ। ਸਦਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੁੱਲ 427 ਵੋਟਾਂ ਪਈਆਂ, ਜਿਨ੍ਹਾਂ ਵਿੱਚੋਂ ਸੈਨੇਟਰ ਟੈਮੀ ਡਕਵਰਕ ਤੇ ਸੰਸਦ ਮੈਂਬਰ ਹਕੀਮ ਜ਼ੈਫਰੀਸ ਨੂੰ ਇੱਕ ਵੋਟ ਪਈ। ਪੈਲਸੀ ਨੇ ਟਵੀਟ ਕੀਤਾ ਕਿ ਮੈਂ 117ਵੀਂ ਕਾਂਗਰਸ 'ਚ ਬਤੌਰ ਸਪੀਕਰ ਸੇਵਾਵਾਂ ਦੇਣ ਲਈ ਚੁਣੇ ਜਾਣ ਉੱਤੇ ਸਨਮਾਨਿਆ ਹੋਇਆ ਮਹਿਸੂਸ ਕਰ ਰਹੀ ਹਾਂ। ਇਹ ਸਨ ਅੱਜ ਦੀਆਂ ਖਾਸ ਖਬਰਾਂ। ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਲਈ ਤੁਸੀਂ ਵੇਖਦੇ ਰਹੋ ਪੰਜਾਬ ਮਿਲ USA TV।